ਤੇ ਜੇਕਰ ਉਹਦੇ 'ਚ ਕੋਈ ਕਮੀ ਪੇਸ਼ੀ ਹੋਵੇ ਤਾਂ ਉਹਦਾ ਮੂੰਹ ਕਿੱਧਰ ਨੂੰ ਕਰ ਲੈਂਦਾ। ਤੇ ਜੇ ਤੁਸੀਂ ਕਹਿੰਦੇ ਨੇ ਭਾਈ ਆਹ ਪਾ ਦੇ, ਤੇ ਫਿਰ ਇਸੇ ਤਰ੍ਹਾਂ ਉਹ ਕਿਸ ਤਰ੍ਹਾਂ ਫੜਦਾ ਭਲਾ? ਇਸ ਤਰ੍ਹਾਂ ਨੇ ਫੜਨਾ ਬੜੇ ਧਿਆਨ ਨਾਲ, ਵੀ ਤੇ ਆਹ ਦੂਸਰਾ ਪਾਸਾ ਨਾ ਤਾਂ ਨਜ਼ਰ ਆ ਜਾਵੇ। ਉਸ ਤਰ੍ਹਾਂ ਫੜ ਕੇ ਕੀ ਕਰ ਦੇਣਾ ਉਹਨੇ ਤੁਹਾਨੂੰ। ਪਰ ਬਾਈਬਲ ਇਹ ਨਹੀਂ ਕਰਦੀ। परमेश्वर का सच्चा जिंदा वचन ये नहीं करता। ये किसी ने भी गलती की थी, ओदी गलती लिखी गई। तू गलत सी, गलती करने वाला गलत हो सकता, पर इस बाइबल नूं लिखण वाला गलत नहीं हो सकता। हालेलुया। इस करके अज असीं देखांगे कुछ लोकां दीयां गलतियां क्यों दसियां गईयां, ताकि असीं उन्हां गलतियां तो की करिए, सिख जाइए। ਅਸੀਂ ਉਹ ਪਾਪ, ਉਹ ਗਲਤੀਆਂ, ਉਹ ਕਮੀਆਂ ਬਾਈਬਲ ਵਿੱਚ ਪੁਰਾਣੇ ਨੇਮ ਦੇ ਲੋਕਾਂ ਦੀਆਂ ਕੀਤੀਆਂ ਗਲਤੀਆਂ ਦਰਜ ਹਨ, ਜਿਨ੍ਹਾਂ ਨਾਲ ਟਕਰਾ ਕੇ ਉਹ ਕੀ ਹੋ ਗਏ ਸੀ। ਉਹਨਾਂ ਨੇ ਉਹਦਾ ਸਮਾਧਾਨ ਨਹੀਂ ਕੀਤਾ, ਉਹਨਾਂ ਨੇ ਉਹਨਾਂ ਨੂੰ ਆਪਣੇ ਜੀਵਨ ਚੋਂ ਕੱਢਿਆ ਨਹੀਂ, ਬਲਕਿ ਉਹਨਾਂ ਦੇ ਵਿੱਚ ਫਸ ਕੇ ਜਾਂ ਉਹਨਾਂ ਦੇ ਨਾਲ ਟਕਰਾ ਕੇ ਉਹਨਾਂ ਦਾ ਜੀਵਨ ਕੀ ਹੋ ਗਿਆ, ਬਰਬਾਦ ਹੋ ਗਿਆ। ਪਰ ਸਾਡੇ ਲਈ ਬਚਣ ਦਾ ਇੱਕ ਪ੍ਰਕਾਸ਼ ਸਤੰਭ ਨੇ। ਅਸੀਂ ਉਹਨਾਂ ਗਲਤੀਆਂ ਨੂੰ ਵੇਖ ਕੇ ਅਸੀਂ ਕੀ ਕਰ ਸਕਦੇ ਹਾਂ। ਹੁਣ ਇੱਕ ਸਿੱਧੀ ਜੀ ਮੈਂ ਉਦਾਹਰਨ ਦਿੰਦਾ ਤੁਹਾਨੂੰ। ਮੰਨ ਲਓ ਬੜਾ ਜ਼ਿਆਦਾ ਮੀਂਹ ਪਿਆ, ਸੜਕਾਂ ਪੂਰੀਆਂ ਪਾਣੀ ਨਾਲ ਭਰ ਗਈਆਂ ਨੇ, ਤਾਂ ਤੁਹਾਨੂੰ ਨਹੀਂ ਪਤਾ ਕਿੱਥੇ ਖੱਡਾ ਆ, ਕਿੱਥੇ ਟੋਇਆ ਆ, ਕਿੱਥੇ ਸਹੀ ਸੜਕ ਆ। ਤੇ ਮੰਨ ਲਓ ਤੁਹਾਡੀ ਗੱਡੀ ਪਿੱਛੇ ਆ ਤੇ ਇੱਕ ਪਿੱਛੋਂ ਆਈ ਗੱਡੀ ਦੇ ਅੱਗੇ ਲੱਗ ਗਈ, ਉਹ ਅੱਗੇ ਅੱਗੇ ਜਾ ਰਹੀ ਆ, ਤੁਸੀਂ ਉਹਨੂੰ ਪਿੱਛੋਂ ਦੇਖ ਰਹੇ ਹੋ, ਕਿੱਥੇ ਖੱਡੇ 'ਚ ਵੱਜਦੀ, ਉਹ ਕਿੱਥੇ ਸਹੀ ਹੁੰਦੀ। ਉਹਦੇ ਡਿੱਗਣ ਦੇ ਕਰਕੇ, ਉਹਦੇ ਵੱਜਣ ਦੇ ਕਰਕੇ ਤੁਹਾਨੂੰ ਪਤਾ ਲੱਗ ਗਿਆ ਵੀ ਇੱਥੇ ਕੀ ਆ ਬਈ, ਤੁਸੀਂ ਕੀ ਕਰਦੇ ਹੋ। ਇਸ ਕਰਕੇ ਬਾਈਬਲ ਦੇ ਵਿੱਚ ਜੋ ਸੰਤ ਇਸ ਸਫ਼ਰ 'ਚ ਪਹਿਲਾਂ ਲੰਘ ਗਏ ਨੇ, ਉਹਨਾਂ ਦੀ ਪੈੜ ਤੇ ਅਸੀਂ ਪਿੱਛੇ ਪਿੱਛੇ ਕੀ ਕਰ ਰਹੇ ਹਾਂ। ਸਾਨੂੰ ਪਰਮੇਸ਼ਰ ਦਾ ਵਚਨ ਦੱਸਦਾ ਕਿੱਥੇ ਡਿੱਗ ਗਏ, ਉਹਨਾਂ ਟਾਇਰ ਕਿੱਥੇ ਪੈ ਗਿਆ, ਕਿੱਥੇ ਪੈਂਚਰ ਹੋ ਗਿਆ ਸੀ, ਕਿੱਥੇ ਟਾਇਰ ਪਾੜ ਗਿਆ ਸੀ। ਤੁਹਾਡੀ ਗੱਡੀ ਦਾ ਟਾਇਰ। ਹਾਲੇਲੂਇਆ। ਅੱਜ ਇਸ ਕਾਰਨ ਇਸ ਵਿਸ਼ੇ ਨੂੰ ਅਸੀਂ ਤਿਆਰ ਕੀਤਾ ਆ ਕਿ ਪੁਰਾਣੇ ਇਤਿਹਾਸ ਦੇ ਵਿੱਚ ਜਾਂ ਬਾਈਬਲ ਦੇ ਵਿੱਚ ਜਿਸ ਕਿਸੇ ਨੇ ਵੀ ਕੋਈ ਗਲਤੀ ਕੀਤੀ ਆ, ਉਸ ਗਲਤੀ ਤੋਂ ਅਸੀਂ ਕੀ ਕਰ ਲਈਏ। ਹਾਲੇਲੂਇਆ। ਭਾਈ ਜ਼ਿਆਦਾ ਸਮਾਂ ਨਾ ਅਸੀਂ ਵੇਸਟ ਕਰਦੇ, ਸਭ ਤੋਂ ਪਹਿਲਾਂ ਅਸੀਂ ਦਾਊਦ ਤੇ ਆਉਂਦੇ ਹਾਂ। ਦਾਊਦ ਦੇ ਜੀਵਨ 'ਚ ਕੀ ਗਲਤੀ ਸੀ, ਲਿਖਿਆ ਮੈਂ ਉੱਥੇ। ਦਾਊਦ ਬਾਦਸ਼ਾਹ ਸੀ, ਐਸਾ ਬਾਦਸ਼ਾਹ ਜੋ ਯੁੱਧ ਵਿੱਚ ਕੀ ਸੀ, ਬਲੀ ਸੀ, ਯੁੱਧ 'ਚ ਸੂਰਮਾ ਸੀ, ਪਰ ਇੱਕ ਜੀਵਨ 'ਚ ਇੱਕ ਗਲਤੀ ਸੀ, ਜੀਵਨ 'ਚ ਇੱਕ ਕਮੀ ਸੀ। ਉਸ ਕਮੀ ਨੂੰ ਕੀ ਕਹਿ ਸਕਦੇ ਅਸੀਂ? ਆਲਸ। ਕੀ ਸੀ ਜੀ, ਬੋਲੋ। ਤੁਹਾਡੇ 'ਚ ਨਹੀਂ ਨਾ ਹੈ, ਨਹੀਂ ਆ, ਇਸੇ ਕਾਰਨ ਨਹੀਂ ਨਾ ਕਹਿ ਰਹੇ। ਉਸ ਆਲਸ ਦਾ ਨਤੀਜਾ ਇਹ ਹੋਇਆ ਕਿ ਉਸ ਆਲਸ ਨੇ ਉਹਨੂੰ ਡੇਗ ਦਿੱਤਾ। ਇੱਕ ਆਇਤ ਪੜ੍ਹਦੇ ਹਾਂ ਅਸੀਂ ਜਦੋਂ ਦੂਸਰਾ ਸੈਮੂਅਲ 11 ਬਾਪ 1 ਔਰ 2 ਵਚਨ ਜਦੋਂ ਲਿਖਿਆ, ਤੋ ਧਿਆਨ ਨਾਲ ਵੇਖਿਓ, ਇੱਥੇ ਮੈਂ ਲਿਖਿਆ ਹੋਇਆ, ਤੁਸੀਂ ਬਸ ਇਹਨੂੰ ਧਿਆਨ ਨਾਲ ਸੁਣਨਾ ਹੀ ਆ। ਲਿਖਿਆ, ਜਾਂ ਆਉਂਦੇ ਵਰੇ ਉਹ ਦਿਨ ਆ ਗਏ ਜਿਸ ਦੇ ਵਿੱਚ ਪਾਤਸ਼ਾਹ ਲੋਕ ਕੀ ਕਰਦੇ ਨੇ। ਹਾਂਜੀ, ਹਾਲ ਵਾਲੀ ਥੋੜੀ ਡਿਲੇ ਕਰਾ ਦੇ, ਹਾਲ ਥੋੜੀ ਸੀ। ਜਾਂ ਉਹ ਵਰੇ ਆਏ ਕਿ ਜਿਨ੍ਹਾਂ ਦਿਨਾਂ ਦੇ ਵਿੱਚ ਪਾਤਸ਼ਾਹ ਲੋਕ ਕੀ ਕਰਦੇ ਨੇ, ਲੜਾਈ ਕਰਦੇ ਨੇ। ਤਾਂ ਦਾਊਦ ਨੇ ਯੋਆਬ ਅਤੇ ਉਹਦੇ ਨਾਲ ਆਪਣੇ ਟਹਿਲੂਆਂ ਅਤੇ ਸਾਰੇ ਇਸਰਾਏਲ ਨੂੰ ਘੱਲਿਆ ਅਤੇ ਉਹਨਾਂ ਨੇ ਅਮੋਨੀਆ ਨੂੰ ਤਬਾਹ ਕਰ ਸੁੱਟਿਆ ਤੇ ਹਵਾ ਨੂੰ ਘੇਰਾ ਪਾਇਆ। ਪਰ ਜਦੋਂ ਉੱਤੇ ਅਸੀਂ ਲਾਈਨ ਪੜ੍ਹਦੇ ਹਾਂ, ਦੂਸਰੀ ਲਾਈਨ ਜਦੋਂ ਪੜ੍ਹਦੇ ਹਾਂ, ਕਹਿੰਦਾ ਜਦ ਉਹ ਵਰੇ ਦਾ ਉਹ ਦਿਨ ਆਇਆ ਜਾਂ ਉਹ ਸਮਾਂ ਆਇਆ ਜਦੋਂ ਪਾਤਸ਼ਾਹ ਲੋਕ ਕੀ ਕਰਦੇ ਨੇ। ਹੁਣ ਇੱਥੇ ਇੱਕ ਛੋਟਾ ਜਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਇਸਰਾਏਲੀਆਂ ਨੇ ਪਾਤਸ਼ਾਹ ਕਿਉਂ ਮੰਗਿਆ ਸੀ। ਪਹਿਲਾਂ ਇਸਰਾਏਲ 'ਚ ਪਾਤਸ਼ਾਹ ਨਹੀਂ ਸੀ ਹੁੰਦੇ, ਨਿਆਈ ਹੁੰਦੇ ਸੀ। ਸੈਮੂਅਲ ਕੀ ਸੀ? ਇਸਰਾਏਲੀਆਂ ਨੇ ਪਾਤਸ਼ਾਹ ਇਸ ਕਰਕੇ ਮੰਗਿਆ ਕਿ ਉਹ ਜਦੋਂ ਲੜਾਈ ਦੇ ਲਈ ਜਾਂਦੇ ਸੀ, ਉਹ ਵੇਖਦੇ ਸੀ ਕਿ ਉਹਨਾਂ ਦਾ ਬਾਦਸ਼ਾਹ ਖੁਦ ਅੱਗੇ ਆ ਕੇ ਲੜਾਈ ਵਿੱਚ ਕੀ ਕਰਦਾ, ਉਹਨਾਂ ਦਾ ਸਾਥ ਦਿੰਦਾ। ਪਰ ਸਾਡੇ ਜਿਹੜੇ ਪਾਤਸ਼ਾਹ ਨੇ, ਸਾਡੇ ਜਿਹੜੇ ਨਿਆਈ ਨੇ, ਉਹ ਘਰ ਬੈਠੇ ਰਹਿੰਦੇ ਨੇ, ਉਹ ਹੈਕਲ 'ਚ ਬੈਠੇ ਰਹਿੰਦੇ ਨੇ।
इस करके इसराइल ने सैमुअल दे अगे आके दुहाई दी, जब परमेश्वर ने कहा प्रभु सानू हुण न्यायी नहीं चाहिए, सानू हुण की चाहिए ने जिहड़े युद्ध विच जाके की करन। पर इस बादशाह दा हाल वेख लो, दिन आए जदों पातशाहां ने की करनी आ, पर दाऊद पातशाह लड़ाई दे समय दे विच की लिखिया, जद हवा नूं घेरा पाया पर दाऊद लिखिया, पर दाऊद, बाकी सारी सेना लड़ रही आ पर दाऊद यरूशलेम विच ही रह गया। एक दिन शाम दे वेले अजिहा होया जद दाऊद अपने मंजे तो उठ के किथे जा गया जी, किथों उठिया है? एक दे नंबर एक की नहीं गया है, दूसरा किथे पिया है? तो फिर तुसीं अगे जानदे की हो गया? मेरे प्यारिओ, हुण दा जो समा है ना, ये एक आत्मिक लड़ाई दा समा आ। ये तुसी ढिले पै गए, जे तुसी आलस विच पै गए, कदे भी लड़ाई नहीं जित पाओगे। एक जना मंजे ते पिया सी ना नवे नेम दे विच बैतशदा दे कुंड दे उत्ते, किन्ने सालां तो? 38 साल तो। की लिखिया जी किथे पिया सी? 38 साल तो। हुण कुंड दा ओ सीन की उत्थे कि ओ कुंड दे विच पानी की कीता जांदा है? स्वर्गदूत आके किसी एक समय ते पानी कुंड दा पानी की करदा है? ते कुंड दा पानी हिलाउण तो पहला जेड़ा सब तो पहला उहदे विच पै जांदा आ, ओह भावें कोई भी मांदगी की हो जांदा सी। पर उत्थे एक ऐसा आदमी सी, लिखिया जदों यीशु मसीह उत्थे गया, लिखिया मंजी डाह के की कीता सी उत्थे? ते किन्ने सालां तो? 38 साल तो। 38 साल तो उसे हालात च सी। ओहदे सामने ही हजारां लोग ठीक होके गए होणगे, पर उस इंसान ने अपना आलस नहीं छड्डिया। मंजी डाह के किथे पिया है? फिर प्रभु यीशु मसीह नूं आके आउणा पिया, कि इन्हां नूं जाण के कि इन्हूं हुण बड़ा चिर हो गया आ। फिर अगे तुसीं जाणदे की होया? ठीक होने कितना चिर लाता उन्हें? पर मेरे प्यारे, साडे कोल ते समय का कुछ हिसाब किताब नहीं आ। 2000 साल पहला लिखा गया सी, समा की कर दिता गया आ, सगों है ही नहीं। इस करके जेकर अज तुसी दाऊद वांगू आलस करोगे, अपनी आत्मिक लड़ाई लड़न दे लई तुसी तैयार नहीं रहोगे, ते जरूर है शैतान शह विच बैठा वो तुहानू की कर लवेगा। ये दाऊद दे सब तो वड्डे पापां दे विचों नंबर 1 ते यह पाप सी। जेकर दाऊद ने कोई पाप कीते होणगे ना, लिस्ट बनी होएगी, तो नंबर 1 ते किहड़ा पाप सी? ये वाला पाप सी। ये पाप करवा के नहीं, आलस ने पाप करवा दिता। ये पाप करवा के नहीं देता, इस तरह तुहाडे जीवन च आत्मिक जागृति ना होए, जेकर तुसी आत्मिक तौर ते जागृत ना होए, ते तुहाडा आलस तुहानू की कर देवेगा। हुण फिर परमेश्वर सानू की इस गल तो ताड़ना दिंदा है? कौदा 6 दी 6 और 7 लिखिया, हे आलसी तू कीड़ी कोल जा ते ओदे राहां नू वेख ते बुद्धवान बन जा। साडा आलस दूर करन दे लई हुण साडा आलस की आ? सवेरे उठ के असीं दुआ तक नहीं कर सकते, मंजियां दे पए पए असीं फूंकदे रहने आ। जे दुआ करनी तो कित्थे भला? फिर उत्थे मंजे ते झुंगलवाटा मारिया तो की हो गया? 2 मिनट रब रब कीता ते चलो जी खत्म काम। परमेश्वर कहता हे आलसी कीड़ी को जा। किते बंदगी का सुनेहा आ जाए, मीटिंग का सुनेहा आ जाए, साडे सिर विच 7 घड़े पानी पै जांदा। किन्ने घड़े? 7 घड़े। अपने घर दियां सोच की बनेगा जे मैं बंदगी चला गया, घर दा की बनेगा? कि तुसी अपने घर नूं चला सकदे? बोलो, सब तो पहला जे भुलेखा कढ लो, तुसी चला सकते हो? नहीं चला। लिखा ये यहोवा ही घर ना बनावे ते बनाउण वाले दी मेहनत की आ? ये छड़ दो कि तुसी अपने घरां नूं चला रहे हो। एक मांडे गल गलत फहमी नूं अपने जीवन चों कढ दिओ कि तुसी अपना परिवार पाल रहे हो।
राखी ना करे ते राखे दा जागना की आ। ਉਹੀ करदा है सब कुछ। और तुहाडे कम्मां दा, तुहाडियां बिजनेसां दा, तुहाडी नौकरियां दा की भेत आ? जो कुछ तुसी कर सकदे सी ना, वो काम परमेश्वर ने तुहानू दे दित्ते, तुसी यही कर सकदे सी। समझाई आ? इस करके अपना आलस छड्ड दिओ, ये समा नहीं जे। अज क्यों असीं इत्थे ठंड च बैठे आ? क्यों तुसी ठंड च बैठे हो? असीं क्यों इत्थे बैठ के प्रचार कर रहे हैं? इस कारण कर रहे हैं कि उस यहोवा परमेश्वर दा आउणा नजदीक है। कोई पता नहीं केड़े घड़ी उन्हें आ जाना आ। ठंड दी, गर्मी दी, किसी ऐसे मौसम दी परवाह ना करते हुए ओदी दुल्हन ओदे वास्ते तैयार हो जावे। ओदी दुल्हन आलस छड्ड देवे, क्योंकि जो सुता होवेगा ਉਹਦੇ ਨਾਲ ਉਠਾਇਆ ਨਹੀਂ ਜਾਏਗਾ। ਆਤਮਿਕ ਤੌਰ ਤੇ ਜਿਹੜਾ ਆਤਮਿਕ ਤੌਰ ਤੇ ਸੌਂ ਜਾਵੇਗਾ ਉਹ ਕਦੇ ਵੀ ਉਹਦੇ ਨਾਲ ਕੀ ਨਹੀਂ ਕੀਤਾ ਜਾਵੇਗਾ। ਕਹਿੰਦਾ ਫਿਰ ਜੂ ਇਸ ਤਰ੍ਹਾਂ ਕਰ ਹੈ ਆਲਸੀ, ये मेरे कोलों नहीं सीखना, परमेश्वर के वचन कोलों नहीं सीखना, परमेश्वर के दासां कोलों नहीं सीखना, ते या फिर मेरी सृष्टि च बनाई मेरे सब तो छोटे जानवरां चों एक जानवर है, ਉਹਦਾ नाम की आ? ਉਹਦੇ ਕੋਲ ਜਾ ਤੇ ਉਹਦੇ ਰਾਵਾਂ ਨੂੰ ਕੀ ਕਰ ਲੈ। ਕਿਹਦੇ ਕੋਲ ਜਾਣ ਲਈ ਕਹਿ ਰਿਹਾ ਜੀ? ਕੀੜੀ ਕੋਲ। ਤੁਸੀਂ ਸਿੱਖ ਸਕਦੇ ਕੀੜੀ ਕੋ ਜਾ ਕੇ? ਬੋਲੋ ਜੀ। ਤੁਸੀਂ ਕਹੋਗੇ ਸਾਨੂੰ ਤਾਂ ਵੱਡਾ ਵੱਡਾ ਕੋ ਪੋਪ ਨਹੀਂ ਸਿਖਾ ਸਕਿਆ, ਕੀੜੀ ਕੀ ਸਿਖਾਏਗੀ? ਪਰ ਮੇਰੇ ਪਿਆਰਿਓ, ਇਸ ਸ੍ਰਿਸ਼ਟੀ ਦੀ ਇੱਕ ਇੱਕ ਚੀਜ਼ ਜੇਕਰ ਤੁਸੀਂ ਸੁਣਨਾ ਚਾਹੋ, ਸਮਝਣਾ ਚਾਹੋ, ਮਨ ਲਾਉਣਾ ਚਾਹੋ, ਤੁਹਾਡੀ ਤਿਆਰੀ ਦੀ ਹੀ ਗੱਲ ਕਰਦੀ ਆ। सब कुछ उन्हें अपने लिए ही रचाया, अपनी दुल्हन दे लिए ही रचाया। वो चाहता सब मिलके, ये सारी सृष्टि मिलके मेरी दुल्हन नू मेरे लिए की कर देन। कहंदा जा कीड़ी कोल जा ते ओदे राहां नू की कर देख ते बुद्धवान बन जा, एवें मूर्ख ना बन। कीड़ी दा राह देखो जी, आराम नाल एक दे पिछे की कर रही है, ਉਹਦਾ ਰਾਹ ਕੋਈ रोक नहीं सकता। ਤੁਸੀਂ ਉਹਨੂੰ ਰੋਕੋਗੇ ਉਹਨੇ ਉੱਤੋਂ ਦੀ ਲੰਘ ਜਾਣਾ। ਘਰਾਂ ਜਾ ਕੇ ਵੇਖਿਓ ਕਿਤੇ ਨਾ ਕਿਤੇ ਲੱਗੀ ਆ। ਤੁਸੀਂ ਸੋਚੋਗੇ ਇਹਨੂੰ ਕੀ ਪਹੁੰਚਣਾ ਪਈ ਆ, ਇਹਨੂੰ ਕੀ ਭੱਜ ਦੌੜ ਪਈ ਆ। ਉਹਨੂੰ ਡੱਕਣ ਦੀ ਕੋਸ਼ਿਸ਼ ਕਰੋ, ਡੱਕੀ ਨਹੀਂ ਰਹੇਗੀ। ਤੇ ਸਾਨੂੰ ਤੇ ਡੱਕਣ ਦੀ ਵੀ ਲੋੜ ਨਹੀਂ ਆ, ਇੱਕ ਬਹਾਨਾ ਚਾਹੀਦਾ ਸੀ, ਉਸ ਵੇਲੇ ਕੀ ਹੋ ਜਾਵਾਂਗੇ। ਸੁਨੇਹਾ ਆ ਜਾਏਗਾ ਨਾ, ਇਧਰੋਂ ਮੀਟਿੰਗ ਤੇ ਜਾਣਾ ਹੈ ਜਾਂ ਵਚਨ ਤੇ ਕਿਸੇ ਸਿੱਖਿਆ ਤੇ ਜਾਣਾ, ਸਿੱਖਣ ਲਈ ਜਾਣਾ, ਸੁਨੇਹਾ ਆ ਜਾਏਗਾ ਨਾ ਤੁਹਾਡੀ ਉਹ ਮਾਸੀ ਦੀ, ਭੂਆ ਦੀ, ਪਿੱਛੇ ਕੋ ਨਾਨੀ ਦਾ ਦੋਤਾ ਥੋੜਾ ਜਿਹਾ ਕੀ ਆ। ਤੁਸੀਂ ਉੱਥੇ ਸਾਰਾ ਕੁਝ ਹਾਂ ਭਾਈ ਕੀ ਹੋ ਗਿਆ, ਬਿਮਾਰ ਹੋ ਗਿਆ ਕੋਈ, ਤੂੰ ਬਿਮਾਰਾਂ ਨੂੰ ਵੇਖਣ ਚਲਾ ਜਾ। ਤੇ ਪਰਮੇਸ਼ਰ ਤਾਂ ਕਹਿੰਦਾ ਸੀ ਜੇ ਕੋ ਮਰ ਗਿਆ ਤੇ ਮੁਰਦਿਆਂ ਨੂੰ ਆਪਣੇ ਕੀ ਦੱਬਣ ਦੇ, ਮੁਰਦੇ ਦੱਬਣ ਦੇ। ਜੇ ਤੂੰ ਮੇਰੇ ਪਿੱਛੇ ਆਉਣਾ ਤੇ ਮੇਰੇ ਪਿੱਛੇ ਹੀ ਕੀ ਕਰਨਾ ਪੈਣਾ ਤੈਨੂੰ। ਇੱਕ ਦਾ ਕੀ ਮਰ ਗਿਆ ਸੀ, ਪਿਓ ਤੋਂ ਵੱਡੀ ਤਾਕਤ ਨਹੀਂ ਭਾਈ। ਕੀ ਮਰ ਗਿਆ ਸੀ ਉਹਦਾ? ਕਹਿੰਦਾ ਇਹ ਦਾਬਾ ਵਾ। ਫੇਰ ਇਹ ਗੱਲ ਆਈ ਸੀ ਉੱਥੇ, ਕਹਿੰਦਾ ਠੀਕ ਹੈ ਜਾ ਫਿਰ ਮੇਰੇ ਪਿੱਛੇ ਆਈ ਨਾ। ਹਾਲੇਲੂਇਆ। ਕੀੜੀ ਕੋਲ ਜਾ, ਇਹ ਕੀੜੀ ਦੀ ਲਾਣੇ ਦੋ ਚਾਰ ਮਾਰ ਵੀ ਦੋਗੇ, ਉਹਨਾਂ ਪਰਵਾਹ ਨਹੀਂ ਕਰਨੀ, ਅੱਗੇ ਵਗ ਜਾਣਾ ਉਹਨਾਂ ਨੇ। ਉਹਨਾਂ ਨੂੰ ਪਤਾ ਸਮੇਂ ਤੋਂ ਪਹਿਲਾਂ ਆਪਣੇ ਕੰਮ ਨੂੰ ਅਸੀਂ ਪੂਰਾ ਕਰਨਾ ਆ। ਹਾਲੇਲੂਇਆ, ਧੰਨਵਾਦ। ਜੇ ਨਿੱਕੀ ਨਿੱਕੀਆਂ ਗੱਲਾਂ ਦੇ ਕਰਕੇ ਅਸੀਂ ਰੁਕਦੇ ਰਹੇ, ਨਿੱਕੀ ਨਿੱਕੀਆਂ ਗੱਲਾਂ ਦੇ ਕਰਕੇ ਅਸੀਂ ਥੰਮਦੇ ਰਹੇ, ਅਸੀਂ ਕਦੇ ਵੀ ਉਹਦੇ ਆਉਣ ਦੇ ਸਮੇਂ ਤੱਕ ਕੀ ਨਹੀਂ ਹੋਵਾਂਗੇ। ਹਾਲੇਲੂਇਆ। ਕੀੜੀ ਕੋਲ ਜਾ, ਸਿੱਖ ਉਹਦੇ ਰਾਹਾਂ ਨੂੰ ਵੇਖ, ਉਹ ਲੱਗੀ ਆ। ਧਰਤੀ ਦਾ ਸਭ ਤੋਂ ਛੋਟਾ ਪ੍ਰਾਣੀ ਜੀਵ ਜਿਹੜਾ ਦਿਖਣ ਯੋਗ ਆ, ਉਹਦੇ ਬਾਰੇ ਪਰਮੇਸ਼ਰ ਦਾ ਵਚਨ ਕਹਿੰਦਾ ਜਾ ਕੇ ਪੁੱਛ ਲੈ, ਜਾ ਕੇ ਵੇਖ ਲੈ ਉਹਨੂੰ ਤੇ ਕੀ ਬਣ ਜਾ। ਆਲਸ ਛੱਡ ਦੇ। ਇਹ ਨਾ ਹੋਵੇ
कि जदों मैं आवां ते तेनू सुत्ता पावां, ये ना होवे जदों मैं आवां ते तेरी तैयारी पूरी ना होवे। हुण साडा काम की है? जबूर 1:1 कहंदा धन है जो वो मनुख जो दुष्टां दी मत उत्ते नहीं चलदा अते ना पापियां दे राह विच खड़ा रहिंदा है। हुण इन्हां चीज़ां तो ही असीं शताबी नाल दौड़ना अगे, आलस करके असीं दुष्टां दी मत ते चल पए हां, पर परमेश्वर कहंदा हुण तो गां दुष्टां दी मत ते नहीं चलना। आलस करके असीं पापियां दे राह च खड़ गए हां, गां तो कहंदा तू की नहीं करना, अते ना मखौलियां दी जुंडी विच हुण करना की है। पर वो यहोवा दी व्यवस्था दे विच की करदा ते दिन रात ओदी व्यवस्था ते की करदा है। हुण दिन रात व्यवस्था ते ध्यान करन दा मतलब जिस तरह कीड़ी दिन रात लगी आ तुहाडे थल्ले हजारां आके अज मर गईयां होणीआं ने इत्थे, पर सर्च लैके जरा देखो वो लगियां ने, दो तीन इत्थे दिख रही मैनूं थल्ले। तुसीं पुछोगे तुहानूं रात की काम है? वो कहणगे यहोवा ने सानू तुहानू एक संदेश देने लिए बनाया, जे मैं एक छोटा प्राणी होके दिन रात लगा आ, तू एक समझदार होके जिन्हों परमेश्वर ने अपने स्वरूप ते रचिया, तू क्यों नहीं लगता? समझाइए जी। दिन रात ओदी व्यवस्था ते ध्यान करना मतलब दिन रात असी कोशिश, दिन नूं भी असी यही कोशिश करनी आ ओदे वचनां दे अनुसार चलीए, रात भी असी यही कोशिश करनी आ रात भी असी ओदे वचनां दे ही की चलीए। साडे को कदे दिन दे विच या रात दे विच किसी भी पैर दे विच ओदी व्यवस्था दे खिलाफ कोई पाप ना हो जाए। जदों इस तरह जीवन जीवांगे यीशु आएगा सानू की करेगा। हालेलुया। दाऊद दी गलती ने की सिखाता? दाऊद तेनू लड़ाई लड़न जाना चाहिए सी, तेनू खुद लड़ाई लड़नी चाहिए सी, पर तू आलस करके मंजे ते पिया रहा, यरूशलेम च ही रह रहा, तां ही तू पाप च फसिया। जदों असी भी ये आलस करके ढिल वरत के अगे नहीं वधांगे तो कदे भी उपर नहीं उठाए जावांगे। समझाइए जी, अगे बढ़ते हैं। दूसरी मूसा दी भैन मरियम दे बारे, किदे बारे जी सुनिया? तीन भैन भरा सी, मूसा, हारून और बनिया। मरियम दे अंदर एक जलन सी, एक ईर्खा सी अपने भरा मूसा दे प्रति। कभी सुनिया बेना? नहीं सुनिया। मरियम दे जीवन च की सी? हालांकि जो लाल समुद्र पार किया सी, डबरी लैके सब तो पहला की कीती सी? गाउंदी सी, पर अंदर अंदर कितना किते की रखिया सी? एक जलन सी ओदे प्रति, एक ईर्खा सी। ते की कहंदी लोकां नूं? गिनती 12 दी 1 ते 2 च कहंदा मरियम अते हारून ने मूसा दे विरुद्ध उस कुशी तीवी दे कारण जिन्हों उसने ब्याह लिया सी गल्लां कीतियां, क्यों जो उसने कुशी तीवी ने की कर लिया सी। और उत्थे तक ने अगे जो उन्होंने गल कही वो पढ़ियो। उन्होंने आख्या कि भला यहोवा ने मूसा नाल ही गल्लां कीतियां हन, साडे नाल नहीं करदा। जदों ये गल कही ते लिखिया यहोवा ने की कीता। मेरे प्यारेओ, अपने जीवना दे विचों किसे दे लई भी जेकर कोई खार है ना तुहाडे जीवन दे विच जां ईर्खा आ, उहनूं की करदे हो? ये ईर्खा तुहानूं जीण नहीं देवेगी, ईर्खा तुहानूं कदे भी सुखी नहीं रहण देवेगी। ईर्खा दे करके, जलन दे करके एक कहावत बनी आ कि जे किसे दियां गल्लां लाल ने ते अपनियां की नहीं करीदियां। ये ईर्खा ही कराउंदी आ। मेरे प्यारेओ, ये ईर्खा एक ऐसी चीज आ जिहड़ी पाप दे वल तुहानूं दिन ब दिन लई जावेगी। तुसीं किसे दे प्रति जेकर तुहाडे मन च चलना, तुसीं ओहदे बारे ही सोचते रहोगे, तुसीं ओहदे बारे ही मन च व्यवस्था बनाउंदे फिरोगे।
ਇਹਨੂੰ ਨੁਕਸਾਨ ਕਿਸ ਤਰ੍ਹਾਂ ਬਚਾਉਣਾ, ਇਹਨੂੰ ਡਾਊਨ ਕਿਸ ਤਰ੍ਹਾਂ ਕਰਨਾ ਆ, ਇਹਦਾ ਨੁਕਸਾਨ ਕਿਸ ਤਰ੍ਹਾਂ ਕਰਨਾ ਆ। 24 ਘੰਟੇ ਤੁਹਾਡੇ ਮਨ 'ਚ ਇਹੀ ਚੱਲਦਾ ਰਹੇਗਾ। ਤੇ ਜੇ ਈਰਖਾ ਇੱਕ ਵਾਰੀ ਜਾਂ ਕਿਸੇ ਦੇ ਪ੍ਰਤੀ ਜਲਨ ਤੁਹਾਡੇ ਜੀਵਨ 'ਚ ਆ ਗਈ ਆ, ਤੇ ਫਿਰ ਤੁਹਾਡਾ ਆਪਣੇ ਆਤਮਿਕ ਜੀਵਨ ਤੋਂ ਧਿਆਨ ਹਟ ਕੇ ਦੂਸਰੇ ਦੀ ਬਰਬਾਦੀ ਵੱਲ ਧਿਆਨ ਲੱਗ ਜਾਏਗਾ। ਤੁਸੀਂ ਵੀ ਬਰਬਾਦ ਹੋ ਜਾਓਗੇ। ਇੱਕ ਵਾਰ ਇੱਕ ਸੱਪ ਕਿਸੇ ਦੇ ਘਰ 'ਚ ਵੜ ਗਿਆ ਆ ਕੇ, ਕਾਫੀ ਵੱਡਾ ਸੱਪ ਸੀ, ਔਰ ਉਹ ਸੱਪ ਉਹਨਾਂ ਦੇ ਇੱਕ ਕਮਰੇ 'ਚ ਗਿਆ ਤੇ ਉੱਥੇ ਉਹਨਾਂ ਦਾ ਕੋਈ ਸਮਾਨ ਪਿਆ ਸੀ। ਤੋ ਸਮਾਨ ਦੇ ਵਿੱਚ ਇੱਕ ਆਰੀ ਪਈ ਸੀ। ਆਰੀ ਜਾਣਦੇ ਤੁਸੀਂ, ਤਿੱਖੇ ਜਿਹਦੇ ਇੱਕ ਪਾਸੇ ਕੀ ਹੁੰਦੇ ਨੇ, ਤਿੱਖੇ ਦੰਦੇ ਹੁੰਦੇ ਨੇ। ਸੱਪ ਜਦੋਂ ਆਰੀ ਦੇ ਉੱਤੋਂ ਲੰਘਿਆ ਤੇ ਆਰੀ ਦੇ ਦੰਦੇ ਕੀ ਕੀਤੇ, ਉਹਨੂੰ ਉਹ ਚੁਭੇ। ਸੱਪ ਕਰਦਾ, ਅੱਛਾ ਤੂੰ ਮੈਨੂੰ ਚੁਭਦੀ ਆ। ਉਹਨੇ ਆਰੀ ਨੂੰ ਕੀ ਪਾ ਲਿਆ, ਤੇ ਜਿਉਂ ਜਿਉਂ ਉਹਨੂੰ ਕੱਸ ਕੇ ਲਿਆਵਾ ਪਾਏ ਤੇ ਉਹ ਚੁਭਣ। ਉਹ ਕਿ ਤੈਨੂੰ ਛੱਡਣਾ ਹੀ ਨਹੀਂ ਮੈਂ। ਉਹ ਹੋਰ ਉਹਨੂੰ ਬਾਰੇ ਹੋਰ ਘੁੱਟ ਕੇ ਉਹਨੂੰ ਬਲੇਵੇਂ ਮਾਰੇ। ਇਸ ਤਰ੍ਹਾਂ ਹੀ ਕਰਦਾ ਗਿਆ, ਇਸ ਤਰ੍ਹਾਂ ਹੀ ਕਰਦਾ ਗਿਆ। ਤੇ ਸਵੇਰ ਨੂੰ ਜਦੋਂ ਘਰ ਦਾ ਮਾਲਕ ਆਇਆ ਤੇ ਸੱਪ ਦੇ 3-4 ਟੋਟੇ ਹੋਏ ਉੱਥੇ। ਆਰੀ ਦਾ ਕੁਝ ਨਹੀਂ ਵਿਗੜਿਆ, ਸੱਪ ਹੀ ਕੀ ਹੋ ਗਿਆ ਸੀ। ਤੁਹਾਡੇ ਮਨ 'ਚ ਕਿਸੇ ਦੇ ਪ੍ਰਤੀ ਜਲਨ ਰੱਖਦੇ ਕਰਕੇ ਕਿਸੇ ਦਾ ਕੁਝ ਨਹੀਂ ਵਿਗੜਨਾ, ਤੁਹਾਡਾ ਆਪਣਾ ਹੀ ਵਿਗੜਨਾ ਆ। ਤੁਹਾਡੇ ਆਪਣੇ ਮਨ ਦਾ ਸੁੱਖ ਚੈਨ ਨਹੀਂ ਰਹਿਣਾ। ਮੇਰੇ ਪਿਆਰਿਓ, ਦੁਆ ਕਰਿਆ ਕਰੋ। ਜੇਕਰ ਕਿਸੇ ਦੀ ਤਰੱਕੀ ਤੋਂ ਸੜਦੇ ਹੋ ਨਾ, ਤੇ ਦੁਆ ਕਰੋ, ਪ੍ਰਭੂ ਪਿਤਾ ਜੀ ਜੇਕਰ ਤੇਰੀ ਮਰਜ਼ੀ ਹੈ ਤੇ ਮੈਨੂੰ ਵੀ ਕੀ ਦੇ ਤੂੰ, ਤਰੱਕੀ ਦੇ ਦੇ। ਪਰ ਅਸੀਂ ਤੇ ਦੂਸਰੇ ਦੀ ਤਰੱਕੀ ਤੋਂ ਸੜ ਕੇ ਉਹਦੀ ਸਤਿਆਨਾਸ਼ ਕਰਨ ਦੇ ਪਿੱਛੇ ਕੀ ਹੋ ਜਾਂਦੇ ਆ। ਇਸੇ ਤਰ੍ਹਾਂ ਇਹ ਮਰੀਅਮ ਕੀ ਕਹਿੰਦੀ ਸੀ, ਕਹਿੰਦੀ ਸਿਰਫ ਇਹਦੇ ਨਾਲ ਯਹੋਵਾ ਗੱਲ ਕਰਦਾ, ਸਾਡੇ ਨਾਲ ਨਹੀਂ ਕਰਦਾ। ਤੇ ਯਹੋਵਾ ਨੇ ਕੀ ਕਰ ਲਿਆ ਫਿਰ, ਕਹਿੰਦਾ ਠੀਕ ਹੈ ਮੈਂ ਤੇਰੇ ਨਾਲ ਇੱਕ ਗੱਲ ਕਰਾਂਗਾ ਅੱਜ। ਗਿਣਤੀ 12:9 ਦੀ 10 ਕੀ ਲਿਖਿਆ, ਤਦ ਯਹੋਵਾ ਦਾ ਕ੍ਰੋਧ ਉਹਨਾਂ ਤੇ ਕੀ ਹੋ ਗਿਆ, ਜਦ ਬੱਦਲ ਤੰਬੂ ਦੇ ਤੋਂ ਉੱਠ ਗਿਆ ਤੇ ਵੇਖੋ ਮਰੀਅਮ ਕੋੜਨ ਅਤੇ ਬਰਫ਼ ਵਾਂਗੂ ਹੋ ਗਈ। ਤਾਂ ਹਾਰੂਨ ਨੇ ਮਰੀਅਮ ਨੂੰ ਡਿੱਠਾ, ਵੇਖੋ ਕੀ ਹੋ ਗਈ ਆ। ਕੋੜਨ ਕਹਿਣ ਤੋਂ ਮਤਲਬ ਪਾਪੀ ਆ। ਪੁਰਾਣੇ ਨਿਯਮ 'ਚ ਜੋ ਕੋੜ ਆ, ਨਵੇਂ ਨਿਯਮ 'ਚ ਕੀ ਦੱਸਿਆ ਗਿਆ ਉਹਨੂੰ, ਉਹ ਪਾਪ ਦੇ ਸਮਾਨ ਸੀ। ਕਿਉਂਕਿ ਕੋੜੀ ਹੈਕਲ 'ਚ ਕੀ ਨਹੀਂ ਸੀ ਕਰ ਸਕਦਾ, ਕੋੜੀ ਆਪਣੇ ਪਰਿਵਾਰ 'ਚ ਨਹੀਂ ਆ ਸਕਦਾ, ਕੋੜੀ ਕਿਤੇ ਵੀ ਨਹੀਂ ਸੀ ਜਾ ਸਕਦਾ। ਇਸੇ ਕਾਰਨ ਮੇਰੇ ਪਿਆਰੇ ਉਹ ਸਭ ਦਰਸਾਇਆ, ਕੋੜੀ ਸਵਰਗ 'ਚ ਕਦੇ ਵੀ ਨਹੀਂ ਜਾ ਸਕਦਾ। ਇੱਕ ਪਾਪੀ ਸਵਰਗ 'ਚ ਕੀ ਨਹੀਂ ਕਰੇਗਾ। ਇਹ ਜਲਨ ਤੁਹਾਡੇ ਜੀਵਨ 'ਚ ਕੀ ਬਣਾ ਦੇਵੇਗੀ, ਪਾਪ ਨੂੰ ਲੈ ਆਵੇਗੀ। ਹਾਲੇਲੂਇਆ। ਕੋਈ ਬੈਠਾ ਤੇ ਨਹੀਂ ਜਿਹਦੀ ਕਿਸੇ ਨਾਲ ਲੱਗਦੀ ਹੈ, ਜਾਂ ਕਿਸੇ ਨੂੰ ਕੋਈ ਚੰਗਾ ਹੀ ਨਹੀਂ ਲੱਗਦਾ। ਅੱਜ ਛੱਡ ਦਿਓ ਇਹਨਾਂ ਗੱਲਾਂ ਨੂੰ। ਤੁਸੀਂ ਪਰਮੇਸ਼ਰ ਦੀ ਦੁਲਹਨ ਹੋ, ਤੁਸੀਂ ਪਰਮੇਸ਼ਰ ਦੇ ਪਿਆਰੇ ਪੁੱਤਰ ਹੋ। ਇੱਕ ਦਿਨ ਤੁਹਾਨੂੰ ਹੀ ਉਹ ਲੈਣ ਆਉਣ ਵਾਲਾ, ਤੇ ਜਿਨ੍ਹਾਂ ਨੂੰ ਲੈਣ ਆਉਣ ਵਾਲਾ ਉਹ ਅੰਦਰ ਕੀ ਰੱਖ ਕੇ ਬੈਠੇ ਨੇ, ਇੱਕ ਦੂਸਰੇ ਕੋ ਈਰਖਾ, ਇੱਕ ਦੂਸਰੇ ਦੇ ਪ੍ਰਤੀ ਕੀ ਭਰੀ ਹੈ ਜੀਵਨਾਂ ਦੇ ਵਿੱਚ। ਗਲਾਤੀਆ 5:20 ਔਰ 21 ਜਦੋਂ ਪੜ੍ਹਦੇ ਆ, ਸਰੀਰ ਦੇ ਕੰਮ ਲਿਖਿਆ, ਹਰਾਮਕਾਰੀ, ਗੰਦਮੰਦ, ਲੁੱਚ-ਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ, ਖਾਰ। ਈਰਖਾ ਨੂੰ ਕੀ ਕਹਿੰਦੇ ਨੇ, ਖਾਰ। ਤੇ ਜੇ ਉਹ ਆ ਗਿਆ ਵਿੱਚ, ਕਹਿੰਦਾ ਖਾਰ ਰੱਖਣ ਵਾਲੇ ਵੀ ਅਤੇ ਇਹੋ ਜਿਹੇ ਹੋਰ ਜੇਕਰ ਕੋਈ ਕੰਮ ਕਰਦੇ ਨੇ, ਇਹਨਾਂ ਗੱਲਾਂ ਦੇ ਵੇਖੇ ਮੈਂ ਤੁਹਾਨੂੰ ਕਹਿੰਦਾ ਸਾਫ਼ ਆਖ ਦਿੰਦਾ ਹਾਂ, ਜਿਵੇਂ ਪਹਿਲਾਂ ਵੀ ਆਖਿਆ ਸੀ ਕਈ ਵਾਰ, ਭਈ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ਰ ਦੇ ਰਾਜ ਦੇ ਕੀ ਨਹੀਂ ਹੋਣਗੇ, ਅਧਿਕਾਰੀ ਨਹੀਂ ਹੋਣਗੇ, ਕਦੇ ਵੀ ਉਠਾਏ ਨਹੀਂ ਜਾਣਗੇ। ਸਾਨੂੰ ਕੀ ਕਰਨਾ ਫਿਰ, ਹਰੇਕ ਨਾਲ ਭਰਪਣ ਦਾ ਕੀ ਰੱਖਣਾ ਹੈ, ਤੇ ਦੂਸਰਿਆਂ ਨੂੰ ਆਪਣੇ ਨਾਲੋਂ ਕੀ ਜਾਣਨਾ। ਲਿਖਿਆ ਨਾ ਬਚਨ 'ਚ, ਭਰਪਣ ਦਾ ਕੀ ਰੱਖੋ, ਪ੍ਰੇਮ ਰੱਖੋ, ਤੇ ਦੂਸਰਿਆਂ ਨੂੰ ਆਪਣੇ ਨਾਲੋਂ ਕੀ ਜਾਣੋ, ਵੱਧ ਜਾਣੋ। ਸਮਝਾਈਏ। ਹਾਂਜੀ। ਪਰ ਅੱਜ ਕਹਿੰਦੇ ਅੱਛਾ ਹੁਣ ਖਾਸ ਕਰਕੇ ਈਸਾਈ ਕੌਮ 'ਚ ਇੱਕ ਮੈਂ ਬੜਾ ਡਾਇਲੌਗ ਵੇਖਦਾ, ਘਰ 'ਚ ਬਾਈਬਲ ਰੱਖੀ ਹੁੰਦੀ ਹੈ ਨਾ, ਜੇ ਅਗਰ ਕੋਈ ਪਰਮੇਸ਼ਰ ਦਾ ਦਾਸ ਜਾਂ ਪਰਮੇਸ਼ਰ ਦਾ ਜਨ ਵਚਨ ਦੀ ਕੋਈ ਗੱਲ ਕਰਨ ਆ ਜੇ ਤੇ ਅੱਗੋਂ ਮਰੀਅਮ ਵਾਂਗੂ ਕਹਿੰਦੇ ਨੇ, ਮੈਂ ਵੀ ਵਚਨ ਕੀ ਕਰਦਾ ਹੈ, ਕਹਿੰਦੇ ਨਾ, ਅਸੀਂ ਵੀ ਕੀ ਕਰਦੇ ਆ, ਤੇ ਪਰਮੇਸ਼ਰ ਕੀ ਕਰੇਗਾ ਫਿਰ, ਕਹਿੰਦੇ ਖਲੋ ਜਾ, ਇਹ ਜਿਹੜਾ ਤੂੰ ਜਾਣਨਾ ਮੈਂ ਦੱਸਣਾ ਤੈਨੂੰ।
मेरे प्यारेओ, जेकर कोई सिखाउण आ जांदा आ अज इस नगर दे लई भी, बेशक तुसीं जिथे मर्जी जांदे होवो, कैथोलिक चर्च जांदे होवो, TPM चर्च जांदे हो, जिथे मर्जी जांदे होवो, पर अज यहोवा परमेश्वर ने तुहाडे नगर दे विच भी किसे नूं भेजिया आ। तुसीं जानदे होवोगे, पर जो अज इत्थे सुनाया जा रहा है शायद तुसीं नहीं जानदे होवोगे। जो अज इत्थे बोलिया जा रहा है शायद तुसीं नहीं जानदे होवोगे। इस करके ही परमेश्वर ने अज इस जगह ते इस प्रोग्राम नूं कीता। जिन्हां गल्लां नूं तुसीं नहीं जानदे मैं तुहाडे सामने लैके आवांगा। फिर तुहाडी मर्जी है, तुसीं मन्नो चाहे ना मन्नो। हालेलुया। पर अपन दा प्रेम रखिया करो, हर एक नूं अपने नालों की जाणिया करो। आ फोटो की सिखाउंदी तुहानूं? आ जो पैर धो रहा कौन है? सिर्फ यीशु मसीह नहीं है, ये राजियां दा राजा ते प्रभुआं दा की है। ये वो पैर धो सकदा है, जे वो इन्ना नीवा बन के पैर धो सकदा आ ते तुहानू की आ? तुसीं नहीं नीवे। जेड़ा नीवा बनदा आ ओदे ते ही दया हुंदी आ। हालेलुया। इत्थे तुसीं स्वर्ग च वड्डा धन पाउणा चाहुंदे हो, इत्थे नीवे बन जाओ। जेड़ा इत्थे नीवा बन जाएगा उस स्वर्ग दे राज विच की होवेगा। ते पर इत्थे की बनना चाहुंदे? मेरे प्यारेओ, जिदण पातमस टापू ते यूहन्ना नूं यीशु मसीह ने दर्शन दिते सी ना, पहला यूहन्ना ਜਦੋਂ यीशु मसीह ਨੂੰ पूरी तरह जानता नहीं सी, उदों लिखिया यूहन्ना यीशु मसीह दे छाती ते की ला के बहिंदा सी। हाँ जी, सही गल है। पढ़िया किते कि नहीं? ओ भाई सच ही आ। की ला के बहिंदा सी? उदों सिर्फ यीशु मसीह ਨੂੰ जानता सी, बड़ा दयालु, बड़ा कृपालु। 5-5 रोटियां ਨੂੰ 12-12 टोकरियां विच की कर दिंदा है। पर पातमस टापू तो एक दिन की होया, फिर उन्हें अपना असली जलवा विखाया। असल चो की आ, जिन्ना भज के फिर से छाती ना लग गया। की होया फिर? कहंदा मुर्दे वांगू ओहदे पैरां च की हो गया। जिद्दण असली दा पता लग गया ना तुहानू। हुण मैं पहले बड़ी बार कहना, और उत्थे कहंदा मैं भाई हाँ। अपने आप को चिट्ठी जो लिख रहा की कहता मैं कौन है? तुहाडा भरा। उस समय लगभग उसकी उम्र 90 साल के करीब आ। जिदन पासमत टापू दे किताब लिख रहा ना, प्रकाश की पोथी, कितने साल का हो चुका सी? एक 90 साल पुराना पास्टर जिहड़ा कि दुख चल रहा, जिन्हें यीशु मसीह को अपने सामने वेखिया, वो अपने आप को की कहता? मैं की हाँ? मैं भाई हाँ। पर अज कल दे नक जिन्होंने पूंजना नहीं आता, वो अपने आप को रेवरेंट कहते हैं, वो अपने आप को अपोस्टल कहते हैं। ओ मेरे प्यारेओ, यूहन्ना को सीखो। ये मतलब तुसी फिर अज तक उन्होंने मिले ही नहीं। मेरी यह मजबूरी है तुहाडे सामने बैठा मैं, क्योंकि यह प्रोजेक्टर चलाना तुहानू कुछ दसना एक खलो के नहीं हो सकता। नहीं तो मैं भी इत्थे जगह इत्थे बैठा तो हैगा, पर मैं डरदा ते कंबदा। एक मर गया पिछे साडे उधर एरिए दे विच सी। वो जदों कोई उहदे कोल आउंदा हुंदा सी, कोई बीमार आ गया, कोई तकलीफ दे, उन्हें दुआ किस तरह करनी? ए यीशु इहनूं ठीक कर। की कहना उन्हें? वो पता नहीं किहड़ा यीशु उहदे कोल। मेरे कोल ते यीशु मसीह होया जिहड़ा प्रकाश दी पोथी विच यूहन्ना नूं दिखाई दिता सी। मैं हर वेले उहदे कोल डरदा ते कंबदा रहना। मेरी हिम्मत नहीं आ मैनू कह सका कि एक भी बीमार नूं चंगा कर दे। मेरी हिम्मत नहीं मैं कह सका इन्हां दी बीमारियां ठीक कर दे। मैं तो यही कहना, प्रभु जे तुहाडी मर्जी आ ते तुसी जो करना करो, मैं ते सिर्फ एक की कर सकदा। समझाइए जी।
साडे यीशु मसीह तो वड्डा कोई नहीं आ, ना इहदे तो वड्डा, ना इहदे तो पुराना, ना इहदे तो सूझवान, ना इहदे तो समझदार। ए अल्फा और ए की आ ओमेगा। ते जे ए पैर धो सकदा, जे ए नीवा बन सकदा, ते तुहानू की आ? अज असीं उच्चे बनना चाहुंदे आ, बड़े वड्डे बनना, बन जाओ। जिन्ने तुसी वड्डे बनना चाहुंदा बन जाओ, स्वर्ग च कुछ नहीं जे मिलेगा। सब कुछ किथे ले लिया? इत्थे ले लिया। इत्थे छड्ड दो, इत्थे नीवें बन जाओ, स्वर्ग दे विच वड्डा की मिलेगा। ये काम औखा आ। मैं भी चाहुंदा, मैं कहंदा मैं आउणा जी। भाई किथे जिन्ने मीटिंग कराई खड़ा हो जा जरा। की नाम तुहाडा? ग्रीफन। हाँ, मैं चाहुंदा ग्रीफन मैं तेरे घर बहना वा, ते जदों मीटिंग शुरू हो जाएगी ना, ते तू एक ढोल लैके आ, ते 5-7 जाने लैके आ, एक फुलकारी जी फड़नी उत्ते, ते फुल्लां वाले भी लैके आउणे हो, ते उधरों ढोल वजदा ते मैं फेर आउणा इत्थे। एक बार दी गल पता नहीं किहड़ा पास्टर सी, बटाले दी गल भाई जतिंदर साडे नाल सगाउंदे, वो पास्टर आ गया मीटिंग च इस तरह ही आ गया, तो ਜਿਹੜੇ ਉੱਥੇ ਪ੍ਰਬੰਧਕ ਉਹ ਕਹਿੰਦੇ ਨਹੀਂ ਜੀ ਢੋਲ ਵਾਲਾ ਨਹੀਂ ਆਇਆ, ਫਿਰ ਚੱਲੋ ਵਾਪਸ। ਉਹ ਫਿਰ ਗੱਡੀ 'ਚ ਬਹਿ ਗਿਆ, ਫਿਰ ਢੋਲ ਵਾਲਾ ਤੇ ਫਿਰ ਉਹਨੂੰ ਕੀ ਕੀਤਾ? ਮੈਂ ਨਹੀਂ ਕਹਿ ਸਕਦਾ ਬਈ ਉੱਥੋਂ ਫੋਨ ਕਰਨਾ ਗੁਲਾਬ ਦੇ ਫੁੱਲ ਹੈਗੇ ਨੇ, ਹਾਂਜੀ ਲਿਆਂਦੇ ਜੀ 5-7 ਕਿਲੋ, ਬਸ ਕੀ ਕਰਨੇ ਨੇ? ਤੁਹਾਡੇ ਸਭ ਤੋਂ ਪਹਿਲਾਂ ਆ ਕੇ ਮੈਂ ਇੱਥੇ ਬੈਠਾ ਸੀ, ਮੈਨੂੰ ਪਤਾ मैं महिमा लैन वाला नहीं, मैं आदर पाने वाला नहीं, मेरा प्रभु यीशु मसीह सारा आदर पाने। सटा लो जिन्ने मर्जी फुल सटवा लो, जिन्ने मर्जी अगे लीड़े सटवा लो, जिन्ने मर्जी अगे फुलकारियां दे थल्ले आ चलो, एक दिन ऐसे कोपा हनेरे दे विच, ऐसे तुसी अंध कूपा दे विच बैण वाले हो जिथे रोना ते कचीजियां दा की होवेगा। किधर चल पे तुसी? सारा आदर, सारी महिमा, सारा जलाल उसे दा ही आ। किसे पास्टर ने, किसे भी ऐसे संत ने अपने आप दे किल नहीं ठुकवाए, जिन्हें किन्ने किल ठुकवाए ने? खून किन्ने बहाया? उन्हें दी मार किन्ने खादी? मुंह ते किन्ने ठुकवाया? ते फिर आदर भी होदा ही है ना, इज्जत भी किहदी है फिर? जे इस गल नूं असीं अज भुल गए हां, असीं नरकां वल नूं तुरे जा रहे हां। खबरदार अग दे नाल ना खेडो, खबरदार उस परमेश्वर दे दिती जान वाली महिमा आप ना लाओ। नीवें बनो, जिहड़ा इत्थे नीवां आ उस स्वर्ग दे राज विच की कीता जावेगा। हालेलुया। अगे बढ़दे जी, लूत। लूत दा पता? अब्राहम दा भतीजा। लूत दे जीवन च की पाप सी? लूत दे जीवन च सी लालच। लालच की हुंदा? हाँ जी, सब कुछ किनू मिल जे? मैनू दे दो, मैनू दे दो। हुण मान लो इत्थे कोई चीज वंडनी है ना, रसगुल्ले ले आंदे बड़े वधिया, उत्थे एक बंदा खलो गया, आओ जी आके की ले लो, ते सब ने कहना यार मैनू 2 मिल जाण, हाँ ते बाकी भावें किस वास्ते रहे चाहे। ये आदतां छड्ड दिओ, ये पाप आ। जो कुछ परमेश्वर ने तुहानू देना वो तुहाडे कोल खो नहीं सकदा। जे तुहानू नहीं देना तुसीं की नहीं कर सकदे? फिर किधर चल पे तुसीं? हाँ जी, ये लूत दे जीवन च एक लालच आ गया, जिन्हें अपनी मर्जी दे नाल कुछ चुनिया। परमेश्वर की मर्जी नूं ना देखते हुए, परमेश्वर की मर्जी नूं ना पूरा करते हुए, परमेश्वर की इच्छा ना जानते हुए अपनी मर्जी दे नाल कोई चुनाव कीते, ते उसे जिहड़ी अपनी मर्जी दे नाल चीज़ां चुनियां सी, उन्हां चीज़ां ने उहनूं की कीता। हालेलुया। मेरे प्यारा, अज जो भी तुसी अपनी मर्जी ना करोगे ना, परमेश्वर दा वचन की कहंदा? कहंदा मैं जाना हाँ ते तुहाडे लई की भेजांगा?
ਤੇ ਉਹ ਕੀ ਕਰੇਗਾ? ਉਹ ਸਿਰਫ ਮੀਟਿੰਗ ਤੇ ਆ ਕੇ ਨੱਚਣ ਦੇ ਕੰਮ ਆਵੇਗਾ। ਇਹੀ ਹੈ ਉਸ ਤੁਹਾਡਾ ਪਵਿੱਤਰ ਆਤਮਾ? ਉਹ ਮੀਟਿੰਗ ਤੇ ਆ ਕੇ ਜ਼ੋਰ ਦੀ ਤੁਸੀਂ ਦੋ ਚਾਰ ਵਾਰੀ ਤਾਲੀਆਂ ਵਜਾ ਲਓ ਤੇ ਰੋ ਲਓ ਮਾੜਾ ਮੋਟਾ, ਚਲੋ ਜੀ ਕੀ ਹੈ ਜੀ ਇਹ? ਮੇਰੇ ਪਿਆਰੇ, ਉਹਦੇ ਕੰਮ ਨੇ ਕੁਛ। ਸ਼ੈਤਾਨ ਵੀ ਨਾਟਕ ਕਰ ਸਕਦਾ, ਸ਼ੈਤਾਨ ਵੀ ਗੈਰ ਜ਼ਬਾਨ ਬੋਲ ਸਕਦਾ ਆ, ਸ਼ੈਤਾਨ ਵੀ ਸਭ ਕੁਝ ਕਰ ਸਕਦਾ, ਪਰ ਸ਼ੈਤਾਨ ਤੁਹਾਨੂੰ ਸ਼ੁੱਧ ਨਹੀਂ ਕਰ ਸਕਦਾ। ਪਵਿੱਤਰ ਆਤਮਾ ਦਾ ਨਾਮ ਹੈ ਪਵਿੱਤਰ, ਤੇ ਜਿਹਦੇ ਅੰਦਰ ਆ ਜਾਏਗਾ ਉਹ ਵੀ ਕੀ ਹੋ ਜਾਵੇਗਾ? ਅੱਜ ਤੁਸੀਂ ਪਵਿੱਤਰ ਆਤਮਾ ਪਾਉਣ ਵਾਲੇ ਨੂੰ ਦੇਖਿਓ, ਇੱਥੇ ਤਾਂ ਮੀਟਿੰਗ ਜਾ ਕੇ ਕਹੇਗਾ ਨਾ, ਬੜਾ ਜਿਹੜਾ ਜ਼ੋਰ ਜ਼ੋਰ ਦੀ ਦੁਆ ਕਰਨ ਡਿਆ, ਉਹਨੀ ਜ਼ੋਰ ਦੀ ਪਰਸੋਂ ਜਾ ਕੇ ਗਾਲਾਂ ਵੀ ਕੱਢੂਗਾ। ਤੁਸੀਂ ਵੇਖ ਲਓ ਕਿਹੜਾ ਆਤਮਾ ਉਹਦੇ 'ਚ ਕੰਮ ਕਰ ਰਿਹਾ। ਜੇ ਤੁਹਾਡਾ ਪਾਇਆ ਆਤਮਾ ਤੁਹਾਨੂੰ ਸ਼ੁੱਧ ਨਹੀਂ ਕਰ ਰਿਹਾ ਤੇ ਮੇਰੇ ਪਿਆਰੇ ਨਕਲੀ ਆਤਮਾ ਆ, ਜਿਹੜਾ ਸ਼ੈਤਾਨ ਵੱਲੋਂ ਤੁਹਾਡੇ ਤੇ ਭੇਜਿਆ ਗਿਆ ਕਿ ਤੁਸੀਂ ਸਿਰਫ ਪਾਸਟਰ ਦੀਆਂ ਅੱਖਾਂ 'ਚ ਘੱਟਾ ਪਾਉਣਾ, ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣਾ, ਕਿ ਤੁਸੀਂ ਕੀ ਜੇ? ਇੱਕ ਆਤਮਾ ਪਾਏ ਹੋਏ। ਪਰ ਮੇਰੇ ਪਿਆਰਿਓ, ਪਰਮੇਸ਼ਰ ਦੀ ਅੱਖਾਂ 'ਚ ਘੱਟਾ ਕੌਣ ਪਾਊਗਾ? ਕਹਿੰਦਾ ਤੜਫਦਾ ਰਿਹਾ ਇੱਥੇ, ਜਿੱਦਣ ਆਵਾਂਗਾ ਤੂੰ ਕਦੇ ਵੀ ਉਠਾਇਆ ਕੋਈ ਚੀਜ਼ਾਂ ਜੋ ਤੁਸੀਂ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾਂ ਕਰੋਗੇ ਤੁਹਾਨੂੰ ਕੀ ਕਰਨਗੀਆਂ? ਉਤਪਤ 13 ਦੀ 11 'ਚ ਲਿਖਿਆ, ਲੂਤ ਨੇ ਆਪਣੇ ਜਰਦਨ ਦਾ ਸਾਰਾ ਮੈਦਾਨ ਚੁਣਿਆ ਅਤੇ ਲੂਤ ਪੂਰਬ ਵੱਲ ਚਲਿਆ ਗਿਆ, ਸੋ ਉਹ ਇੱਕ ਦੂਸਰੇ ਤੋਂ ਕੀ ਹੋ ਗਏ? ਅਬਰਾਹਮ ਦੇ ਨਾਲੋਂ ਕੀ ਹੋ ਗਿਆ? ਅਬਰਾਹਮ ਕਿੱਧਰ ਨੂੰ ਜਾ ਰਿਹਾ ਸੀ ਜੀ? ਕਨਾਨ ਇੱਕ ਐਸੀ ਜਗ੍ਹਾ ਸੀ ਜਿਹਦੇ ਬਾਰੇ ਕੀ ਵਾਅਦਾ ਹੈ ਕਿ ਦੁੱਧ ਤੇ ਸ਼ਹਿਦ ਦੀਆਂ ਕੀ ਵਗਦੀਆਂ ਨੇ, ਪਰ ਅਸਲ ਜਦੋਂ ਵੇਖੀ ਤਾਂ ਕੁਝ ਵੀ ਨਹੀਂ ਆ। ਬੰਜਰ ਪਹਾੜ, ਮਰ ਭੂਮੀ, ਹੁਣ ਆ ਕੇ ਉਹ ਹਰਾ ਭਰਾ ਹੋਇਆ। ਜਦੋਂ ਦੀ ਇਹ ਗੱਲ ਲਿਖੀ ਉੱਥੇ ਕੁਝ ਨਹੀਂ ਸੀ। ਉਹਨੇ ਕੀ ਸੋਚਿਆ? ਮੈਂ ਆਜ਼ਾਦ ਬਿਆਬਾਨ ਨੂੰ ਨਹੀਂ ਜਾਣਾ, ਮੈਂ ਕਿੱਧਰ ਨੂੰ ਜਾਵਾਂਗਾ? ਮੈਂ ਹਰਿਆਲੀ। ਦੇਖਿਆ, ਲੂਤ ਨੇ ਆਪਣੇ ਲਈ ਜਰਦਨ ਦਾ ਸਾਰਾ ਕੀ ਸੁਣ ਲਿਆ, ਤੇ ਉਹ ਸਦੂਮ ਮੂਰਾ ਯਰਦਨ ਜਿੱਥੋਂ ਦੀ ਉਹ ਜਗ੍ਹਾ ਸੀ, ਉਹ ਸਮੁੰਦਰ ਦੀ ਸਤਹ ਤੋਂ ਵੀ 200 ਮੀਟਰ ਕੀ ਸੀ? ਸਭ ਤੋਂ ਨੀਵਾਂ ਕੀ ਹੈ ਜੀ? ਸਮੁੰਦਰ। ਤੇ ਇਹ ਜਗ੍ਹਾ ਜਿਹੜੀ ਉਹਨੇ ਚੁਣੀ ਉਹ ਸਮੁੰਦਰ ਨਾਲੋਂ ਵੀ ਕੀ ਸੀ? ਇੱਕ ਕਿਤੇ ਪਿੱਛੇ ਚੱਲਣ ਵਾਲਾ ਇਨਸਾਨ, ਇੱਕ ਐਸੇ ਇਨਸਾਨ ਦੇ ਪਿੱਛੇ ਚੱਲਣ ਵਾਲਾ ਇਨਸਾਨ ਜਿਹਦੇ ਨਾਲ ਖੁਦ ਪਰਮੇਸ਼ਰ ਨੇ ਗੱਲ ਕੀਤੀ, ਤੂੰ ਮੇਰੇ ਨਾਲ ਜਿੱਧਰ ਮੈਂ ਤੈਨੂੰ ਕਵਾਂਗਾ ਉਧਰ ਕੀ ਕਰੀ। ਪਰ ਦੇਖਿਆ ਉਹਦੇ ਪਿੱਛੇ ਕੀ ਹੈ? ਮੁਸ਼ਕਲਾਂ ਪਰੇਸ਼ਾਨੀਆਂ ਨੇ ਇਹਦੇ। ਮੈਂ ਨਹੀਂ ਜਾਣਾ, ਮੈਂ ਉਧਰ ਜਾਵਾਂਗਾ ਜਿੱਧਰ ਹਰਿਆਲੀ ਹੋਵੇਗੀ। ਅੱਜ ਅਸੀਂ ਵੀ ਕੀ ਲੱਭਦੇ ਹਾਂ? ਮਸੀਹਤ ਚ ਆ ਕੇ ਕੀ ਲੱਭਦੇ ਹਾਂ? ਹਰਿਆਲੀ ਲੱਭਦੇ ਹਾਂ ਅਸੀਂ। ਹਾਂਜੀ, ਹਰਿਆਲੀ ਚਾਹੀਦੀ। ਅੱਜ ਬਾਅਦ ਚ ਮੈਂ ਦੁਆ ਕਰਨੀ ਆ, ਇੱਕ ਹੀ ਦੁਆ ਕਰਨੀ, ਪਿਤਾ ਅੱਜ ਦਾ ਵਚਨ ਇਹਨਾਂ ਦੇ ਜੀਵਨ ਚ ਕੀ ਹੋ ਜਾਵੇ। ਕੰਮ ਕਰੇ। ਮੈਂ ਦੁਆ ਨਹੀਂ ਕਰਨੀ ਕਿ ਇਹਨਾਂ ਨੂੰ ਆਸ਼ੀਸ਼ ਦੇ ਦੀ, ਇਹਨਾਂ ਨੂੰ ਬਰਕਤ ਦੇ ਦੀ, ਕਿ ਆਪਣੀ ਬਰਕਤ ਦੇ ਵਿੱਚ ਰੁੱਝੇ ਰਹਿਣ। ਮੈਂ ਦੁਆ ਕਰਨੀ ਆ, ਪਿਤਾ ਇਹਨਾਂ ਨੂੰ ਬੁੱਧ ਦੇ ਦੇਈ, ਇਹ ਕੀੜੀ ਨੂੰ ਵੇਖ ਕੇ ਸਮਝ ਜਾਣ ਕਿ ਤੇਰਾ ਅਸਲੀ ਰਸਤਾ ਕੀ ਆ। ਅੱਜ ਦੁਨਿਆਵੀ ਤੁਸੀਂ ਦੇਖਦੇ ਹੋ, ਜਦੋਂ ਕਿਤੇ ਕਨਵੈਨਸ਼ਨ ਹੁੰਦੀ ਆ ਤਾਂ ਕਨਵੈਨਸ਼ਨ ਦੇ ਪੋਸਟਰ ਤੇ ਕੀ ਲਿਖਿਆ ਜਾਂਦਾ? ਬਰਕਤਾਂ ਦੀ ਬਾਰਿਸ਼। ਹਾਂਜੀ, ਪੜਿਆ ਕਦੀ? ਹਾਂਜੀ। ਕੀ ਲਿਖਿਆ ਹੁੰਦਾ? ਚੰਗਾਈ ਦਾ ਉਤਸਵ, ਬਰਕਤਾਂ ਦੀ ਬਾਰਿਸ਼। ਸਾਰੇ ਬਿਮਾਰ ਕੀ ਕਰੋ? ਲੈ ਕੇ ਆਓ। ਇੱਧਰ ਜਰਾ ਮੇਰੇ ਵੱਲ ਦੇਖੋ, ਕਿ ਇਹ ਬਿਮਾਰਾਂ ਨੂੰ ਚੰਗੇ ਕਰਨ ਵਾਲੀ ਜਗ੍ਹਾ ਹੈ। ਬੇਸ਼ੱਕ ਤੁਹਾਨੂੰ ਮੇਰੀਆਂ ਗੱਲਾਂ ਕੌੜੀਆਂ ਹੀ ਲੱਗਦੀਆਂ ਹੋਣਗੀਆਂ, ਪਰ ਇਹ ਸੱਚ ਹੈ। ਬਿਮਾਰਾਂ ਨੂੰ ਚੰਗੀ ਕਰਨ ਵਾਲੀ ਜਗ੍ਹਾ ਆ ਇਹ। ਬਿਮਾਰਾਂ ਨੂੰ ਚੰਗੀ ਕਰਨ ਵਾਲੀ ਜਗ੍ਹਾ ਨਹੀਂ ਆ ਇਹ। ਇੱਥੇ ਕਲੀਸਿਆ ਤਿਆਰ ਹੁੰਦੀ ਆ ਜਿਹਨੇ ਕਿ ਇੱਕ ਦਿਨ ਪ੍ਰਭੂ ਯਿਸੂ ਮਸੀਹ ਦੇ ਨਾਲ ਕੀ ਕਰਨਾ ਆ। ਉੱਥੇ ਬਿਮਾਰਾਂ ਦਾ ਕੋਈ ਕੰਮ ਨਹੀਂ। ਅਸੀਂ ਜਦੋਂ ਮੀਟਿੰਗ ਕਰਨ ਲਿਖਦੇ ਆ, ਵਚਨ ਦੇ ਭੁੱਖਿਆਂ ਦੇ ਲਈ,
वचनां नूं खाण दा जां सिੱਖਣ ਦਾ ਸੁਨਹਿਰੀ ਕੀ ਆ ਜੇ ਕੋਈ ਵਚਨ ਸਿੱਖਣਾ ਚਾਹੁੰਦਾ ਉਹ ਆ ਜਾਏ ਤਾਂ ਹੀ ਭੀੜ ਘੱਟ ਆ ਤੁਸੀਂ 250-300 ਜਾਣੇ ਬੈਠੇ ਹੋ ਇੱਥੇ ਸੀ ਤੇ ਜੇ ਇੱਥੇ ਹੁੰਦਾ ਇੱਕ ਵੱਡਾ ਕਰੂਸੇਡ ਕਿ ਸਭ ਬਿਮਾਰ ਆ ਜਾਣ ਸਭ ਬਿਮਾਰੀਆਂ ਦੇ ਮਾਰੇ ਸਭ ਤੰਗੀਆਂ ਦੇ ਮਾਰੇ ਇੱਥੇ ਆ ਜਾਣ ਇੱਕ ਹੀ ਦੁਆ ਕੀਤੀ ਜਾਏਗੀ ਸਭ ਕੀ ਹੋ ਜਾਣਗੇ तो मेरे प्यारे इस दाणा मंडी दे विच बैठण नूं जगह नहीं सी मिलनी पर अज इत्थे हो की रहा अज असल काम हो रहा स्वर्ग जाण दी तैयारी कहंदा विरले ने जिहड़े किधर नूं जाणगे तां ही थोड़े बैठे वो विरले हो तुसीं इत्थे यरदन दा मैदान नहीं दिखाया जाएगा इत्थे यरूशलेम नूं लैके जाया जाएगा बेशक रस्ता तंग आ रस्ता सगड़ा तंगियां ने मुश्किलां ने परेशानियां ने पर आखिर दे विच प्रभु यीशु मसीह हथ फैलाए साडा की कर रहा की कहेगा मेरे बाप दे मुबारक लोगो मेरे सज्जे पासे आके बैठ जाओ हालेलुया हालेलुया अज लूत ने भी की चुन लिया सब कुछ मैनू मिल जाए मैनू इत्थे दुनिया ते कोई तंगी ना रहे मैनू परेशानी रहे हरा क्यों चुनिया क्योंकि माल डंगर सी माल डंगर नूं घाह दी कमी ना रहे ते जदों घाह दी कमी नहीं रहेगी पानी दी कमी नहीं रहेगी माल डंगर के वधेगा फुलेगा पर हबकूक दी किताब च की लिखिया कहंदा बेशक वग कुरां चों कटे जाण इज्जत दा हासिल कर जावे कुछ भी ना रहे मैनू आशीष मिले चाहे ना मिले पर मैं अपने यहोवा परमेश्वर दे पिछे ही की करांगा क्योंकि पता आया यही रास्ता एक दिन स्वर्गीय यरूशलेम की करेगा हालेलुया मेरे प्यारे होए जो तुसी देखदे हो संसार ते ये बरकतां दे उत्सव ये आशा दे उत्सव ये बीमारियां नूं चंगे करन दे उत्सव ये सब तुहाडे बाहरी शरीर नूं चंगा करन दे विच लगे ने पर मेरे प्यारे अज इस टेंट दे विच इस मंडी दे विच जो मीटिंग जां आराधना हो रही है ये जो प्रोग्राम हो रहा ये तुहाडीआं मुर्दियां रूहां नूं जान पाउण दे लई रखिया गया आ ताकि तुसीं एक दिन चंगे हो जाओ आत्मिक तौर ते चंगे हो जाओ ताकि तुसीं बदला दे उहदे नाल की कीते जाओ ये उत्तम है हालेलुया हालेलुया लूत ने भी की चुन लिया सी असी भी मेरे प्यारे की चुनिए जो सही है वही ही चुनिए उत्पत्ति 19 दी 9 च लिखिया पर उन्होंने आख्या पिछां हट जा अते उन्होंने ये भी आख्या कि वसन लिए आया सी ते हुण इत्थे की बन बैठा असी तेरे नाल उन्हां नालों वध बुराई करांगे फिर उन्होंने उस मनुख लूत नूं बहुत तंग कीता ते उहदे बूहे भन्नण लई नेड़े की हो गए जिन्हां लोकां च गया सी ना जिस एरिए च गया सी जिहदे पिछे भज्जिया सी उस इलाके ने उस एरिए ने उहनूं की कीता मेरे प्यारे जिन्ना आशीषां बरकतां दे पिछे तुसीं भजदे हो ये आशां एक दिन तुहानूं की करनगीआं यही आशा तुहाडे गल दा फंदा बन जाणगीआं ते बरकतां तुहाडे गल दा की बन जाणगीआं फिर छडाउण वाला कोई लभेगा नहीं हालेलुया ज्यादा समा तो नहीं हो गया जी उत्पत्ति 12 दी 121 दी उत्पत्ति 121 दी 1 और 3 कहता मैं नीवियां जगह दे नहीं कहता मैं अपनी अखां किधर चुकांगा मेरी सहायता कित्थों आएगी मैनू पता कहता मेरी सहायता यहोवा तो है जो आकाश ते धरती दा करता है वो तेरे पैरां नूं की नहीं करन देवेगा नहीं देवेगा किधर ध्यान लाइए लूत ने किधर ला लिया सी इस धरती ते ध्यान ला लिया सी इस धरती ते मन ला लिया सी पर असीं किधर लाउणा कहता हर वेले अपने मुक्तिदाता प्रभु यीशु मसीह नूं की करते रहे हो ते लूत दी कहानी सानू दसदी आ ते लूत दी स्टोरी सानू दसदी आ इस धरती ते नहीं किधर मन लावी जिधर तेरा मन होवेगा उधरों तेनू लैण लई आ भी जे तेरा इधर मन रहा तू इत्थे की हो जावेगा हालेलुया आगे बढ़ते हैं जी जल्दी पतरस दा कमांड इस कमांड नूं ਅਸੀਂ कह सकते हैं ओवर कॉन्फिडेंस पतरस नूं की सी
ਘਮੰਡ ਸੀ ਕਿ ਮੈਂ ਜੋ ਹਾਂ ਮੈਂ ਹੀ ਹਾਂ, ਮੈਂ ਸਭ ਤੋਂ ਵਧੀਆ, ਮੈਂ ਸਭ ਤੋਂ ਵੱਧ ਵੱਡਾ ਵਿਸ਼ਵਾਸੀ, ਤੇ ਮੈਂ ਸਭ ਕੁਝ ਚੰਗਾ ਕਰਨ ਵਾਲਾ। ਚੰਗਾ ਕਰਨ ਵਾਲਾ ਮਤਲਬ ਮੈਂ ਸਭ ਕੁਝ ਸਹੀ ਹੀ ਕਰਦਾ ਹਾਂ। ਨਤੀਜਾ ਕੀ ਹੋਇਆ ਜੀ? ਯਿਸੂ ਮਸੀਹ ਮੱਤੀ 26:33 ਕਹਿ ਰਿਹਾ, ਕੁਝ ਗੱਲ ਕੀਤੀ ਯਿਸੂ ਮਸੀਹ ਨੇ। ਤਦ ਪਤਰਸ ਕੀ ਕਹਿੰਦਾ? ਤਦ ਪਤਰਸ ਨੇ ਉਸ ਨੂੰ ਉੱਤਰ ਦਿੱਤਾ, ਕਹਿੰਦਾ ਭਾਵੇਂ ਤੇਰੇ ਕਾਰਨ ਸਭੇ ਠੋਕਰ ਖਾਣ, ਪਰ ਮੈਂ ਕਦੇ ਕੀ ਨਹੀਂ ਖਾਵਾਂਗਾ। ਇਹ ਗੱਲ ਕੀ ਕਰ ਰਿਹਾ ਇੱਥੇ? ਕਹਿੰਦਾ ਤੇਰੇ ਕਾਰਨ ਕੀ ਹੋ ਜਾਣਗੇ? ਭਾਵੇਂ ਸਾਰੇ ਠੋਕਰ ਖਾ ਲੈਣ, ਪਰ ਮੈਂ ਕੀ ਨਹੀਂ ਕਰਾਂਗਾ। ਮੈਂ ਤੇਰੇ ਤੇ ਬੜਾ ਵਿਸ਼ਵਾਸ ਕਰਦਾ, ਮੈਂ ਇਹਨਾਂ ਸਾਰਿਆਂ ਦੇ ਨਾਲੋਂ ਵੱਧ ਕੀ ਕਰਦਾ ਹਾਂ। ਮੱਤੀ 26:34-35 ਚ ਲਿਖਿਆ, ਯਿਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਹਾਂ, ਜੋ ਅੱਜ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਅੱਗੋਂ ਤੂੰ 3 ਵਾਰ ਮੇਰਾ ਕੀ ਕਰੇਗਾ? ਯਿਸੂ ਮਸੀਹ ਨੇ ਸੱਚ ਬੋਲਿਆ। ਪਤਰਸ ਤੂੰ ਕੀ ਕਰਨਾ ਆ? ਅੱਗੋਂ ਪਤਰਸ ਕੀ ਕਹਿੰਦਾ? ਪਤਰਸ ਇਹਨਾਂ ਨੂੰ ਕਿਹਾ, ਭਾਵੇਂ ਕਹਿੰਦਾ ਇਨਕਾਰ ਤੇ ਕੀ, ਭਾਵੇਂ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਮੈਂ ਤੇਰਾ ਕਦੇ ਵੀ ਕੀ ਨਹੀਂ ਕਰਾਂਗਾ। ਇਹ ਗੱਲ ਪਤਰਸ ਨੇ ਕਹੀ ਸੀ। अब बाकी एक लाइन पढ़ो, और लिखा बाकी सारे चेले ਉਹਦੇ ਪਿੱਛੇ ਕੀ ਕਰਨ ਲੱਗ ਪਏ? नहीं यही भी की नहीं करांगे। मेरे प्यारे, जेकर तुसी परमेश्वर दे वचनां नूं ਜਾਂ ਜੋ ਗੱਲ ਪਰਮੇਸ਼ਰ ਕਹਿੰਦਾ ਆ ਉਹਦੇ ਤੋਂ ਵੱਡੇ ਬਣ ਦੱਸਦੇ ਹੋ, ਪਰਮੇਸ਼ਰ ਦੇ ਵਚਨਾਂ ਦੇ ਖਿਲਾਫ ਸਿਰ ਚੁੱਕਦੇ ਹੋ, ਤੇ ਤੁਸੀਂ ਜ਼ਰੂਰ ਇੱਕ ਦਿਨ ਕੀ ਕੀਤੇ ਜਾਓਗੇ? ਡਿੱਗ ਪਾਓਗੇ। ਜੋ ਪਰਮੇਸ਼ਰ ਦਾ ਵਚਨ ਕਹਿੰਦਾ ਉਹਨੂੰ ਅੱਖਾਂ ਮੀਟ ਕੇ ਕੀ ਕਰ ਲਵੋ। ਐਵੇਂ ਜ਼ਿਆਦਾ ਓਵਰ ਕੌਨਫੀਡੈਂਸ ਨਾ ਹੋਵੋ, ਜ਼ਿਆਦਾ ਕਮੰਡੀ ਨਾ ਬਣੋ। ਤੇ ਵੇਲੇ ਵਚਨ ਲਿਖਿਆ ਪਰਮੇਸ਼ਰ ਕਮੰਡੀਆਂ ਦਾ ਕੀ ਕਰੇਗਾ? ਫਿਰ ਇੱਕ ਤੇ ਕਮੰਡੀ ਹੋਇਆ ਜਿਹੜਾ ਵਚਨ ਮੰਨਦਾ ਨਹੀਂ, ਪਰ ਇਹ ਕਿਹੜੇ ਕਮੰਡੀ ਨੇ ਜਿਹੜੇ ਕਹਿੰਦੇ ਸਾਡੇ ਤੋਂ ਵੱਡਾ ਕੋਈ ਨਹੀਂ, ਸਾਡੇ ਤੋਂ ਪਵਿੱਤਰ ਕੋਈ ਨਹੀਂ, ਸਾਡੇ ਤੋਂ ਚੰਗਾ ਕੋਈ ਨਹੀਂ। ਇੱਥੇ ਤੁਹਾਡੇ ਲਾਗੇ ਛਾਗੇ ਵੀ ਹੈਗੇ ਨੇ, ਚਿੱਟੇ ਕੱਪੜੇ ਪਾਉਂਦੇ ਨੇ, ਚਿੱਟੇ ਤੋਂ ਇਲਾਵਾ ਨਾ ਪਾਉਣਾ ਕੁਛ ਨਹੀਂ, ਦੂਸਰਿਆਂ ਨੂੰ ਬੰਦਾ ਨਹੀਂ ਸਮਝਦੇ ਹੋ। ਕਹਿੰਦੇ ਜੋ ਸਾਡੀ ਪਵਿੱਤਰਤਾ ਹੀ, ਜੋ ਅਸੀਂ ਹਾਂ, ਦੂਸਰਾ ਤਾਂ ਕੋਈ ਹੈ ਹੀ ਨਹੀਂ। ਤੇ ਭਾਈ ਡੇਵਿਡ ਜੀ ਨੇ ਉਹਨਾਂ ਦਾ ਵਿਆਹ ਵਿਖਾ ਲਿਆ ਸੀ ਇੱਕ, ਮੈਂ ਪਤਾ ਲੱਗ ਗਿਆ ਸੀ ਕੌਣ ਨੇ। ਮੇਰੇ ਪਿਆਰਿਓ, ਆਤਮਿਕ ਜੀਵਨ ਦੇ ਵਿੱਚ ਵੀ ਜੇਕਰ ਤੁਸੀਂ ਸੋਚਦੇ ਹੋ ਇਹ ਬੰਦਾ ਮੇਰੇ ਨਾਲੋਂ ਆਤਮਿਕ ਲੈਵਲ 'ਚ ਘੱਟ ਆ, ਤੇ ਤੁਸੀਂ ਗਲਤ ਹੋ। ਲਿਖਿਆ ਜੋ ਤੂੰ ਖੜਾ ਆ, ਜੋ ਤੂੰ ਸਥਿਰ ਆ, ਚੌਕਸੀ ਕਰ, ਕਦੇ ਤੂੰ ਵੀ ਨਾ ਕੀ ਹੋ ਜਾਵੇਂ। ਐਵੇਂ ਘਮੰਡ ਨਾ ਕਰ। ਇਹ ਵਿਸ਼ਵਾਸ ਵੀ ਤੇਰਾ ਆਪਣਾ ਨਹੀਂ ਆ। ਇਫਸੀਆਂ 2:8-10 ਕੀ ਲਿਖਿਆ? ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ, ਅਤੇ ਇਹ ਤੁਹਾਡੇ ਵੱਲੋਂ ਨਹੀਂ, ਇਹ ਪਰਮੇਸ਼ਰ ਦੀ ਕੀ ਆ? ਤੇ ਵਿਸ਼ਵਾਸ ਵੀ ਕਿਹਦੀ ਬਖਸ਼ਿਸ਼ ਆ? ਤੁਸੀਂ ਨਹੀਂ ਵਿਸ਼ਵਾਸ ਕਰਦੇ ਜਦ ਤੱਕ ਪਰਮੇਸ਼ਰ ਤੁਹਾਨੂੰ ਵਿਸ਼ਵਾਸ ਦਾ ਵਰਦਾਨ ਨਹੀਂ ਦਿੰਦਾ। ਐਵੇਂ ਆਪਣੇ ਵਿਸ਼ਵਾਸ ਤੇ ਘਮੰਡ ਨਾ ਕਰਿਆ ਕਰੋ, ਆਪਣੇ ਵਿਸ਼ਵਾਸੀ ਬਣੇ ਤੇ ਘਮੰਡ ਨਾ ਕਰਿਆ ਕਰੋ। ਇਹ ਪਰਮੇਸ਼ਰ ਨੇ ਦਿੱਤਾ ਆ, ਤੇ ਪਰਮੇਸ਼ਰ ਜਾਣਦਾ ਤੁਸੀਂ ਕਿੰਨੇ ਕੁ ਲੈਵਲ ਦੇ ਵਿਸ਼ਵਾਸੀ ਹੋ। ਲੋਕਾਂ ਨੂੰ ਆਪਣੇ ਵਿਸ਼ਵਾਸ ਦੀ ਧਮਕੀ ਨਾ ਦਿਆ ਕਰੋ। ਲੋਕਾਂ ਨੂੰ ਆਪਣੇ ਵਿਸ਼ਵਾਸ ਦਾ ਪ੍ਰਦਰਸ਼ਨ ਕਰਕੇ ਨਾ ਦੱਸਿਆ ਕਰੋ। ਨੀਵੇਂ ਬਣਿਆ ਕਰੋ। ਕੋਈ ਦੁਆ ਕਰੇ ਨਾ ਕਰੇ ਤੁਹਾਨੂੰ ਕੀ? ਹਾਂਜੀ, ਕਿ ਜਾਂ ਮੈਨੂੰ ਦੱਸਣਾ ਪਏਗਾ ਮੈਂ ਤੇਰੇ ਨਾਲੋਂ ਕੀ ਕਰਦਾ? ਹਰ ਇੱਕ ਜਾਨ ਨੇ ਆਪਣਾ ਕੀ ਦੇਣਾ ਆ। ਤੂੰ ਆਪਣੇ ਆਪ ਨੂੰ ਸਾਂਭ, ਕਿਤੇ ਤੇਰਾ ਘਮੰਡੀ ਤੈਨੂੰ ਕੀ ਨਾ ਕਰ ਦੇਵੇ। ਲਿਖਿਆ ਇਹ ਕਰਨੀਆਂ ਤੋਂ ਨਹੀਂ, ਅਜਿਹਾ ਨਾ ਹੋਏ ਬਈ ਕੋਈ ਕੀ ਕਰੇ ਖਾਸ। ਲਿਖਿਆ ਕੋਈ ਵਿਸ਼ਵਾਸ ਤੇ ਕੀ ਨਾ ਕਰੇ। ਜੇ ਕਿਸੇ ਤੋਂ ਦੀ ਕਿਰਪਾ ਹੋ ਗਈ ਆ, ਕਿਸੇ ਤੇ ਉਹਦਾ ਬਖਸ਼ਿਸ਼ ਹੋ ਗਈ ਆ, ਜਾਂ ਕੋਈ ਉਹਦੇ ਤੇ ਨਿਹਚਾ ਕਰਦਾ ਆ, ਤੇ ਇਹਨਾਂ ਗੱਲਾਂ ਤੇ ਕੀ ਨਾ ਕਰੇ। ਕਿਉਂ ਜੋ ਕਹਿੰਦਾ ਅਸੀਂ ਸਭ ਉਹਦੀ ਰਚਨਾ ਹਾਂ, ਜਿਹੜੇ ਮਸੀਹ ਯਿਸੂ ਵਿੱਚ ਸ਼ੁਭ ਕਰਮਾਂ ਦੇ ਲਈ ਕੀ ਕੀਤੇ ਗਏ ਹਾਂ, ਜੋ ਪਰਮੇਸ਼ਰ ਨੇ ਅੱਗੋਂ ਹੀ ਤਿਆਰ ਕੀਤੇ ਸਨ ਭਈ ਉਹਨਾਂ ਵਿੱਚ ਕੀ ਕੀਤੇ ਰਹੀਏ। ਸਾਨੂੰ ਉਹਨੇ ਚੁਣਿਆ, ਅਸੀਂ ਕੀ ਬਣੀਏ? ਉਹਦੇ ਆਗਿਆਕਾਰੀ ਪੁੱਤਰ। ਇੱਕ ਘਮੰਡੀ ਵਿਸ਼ਵਾਸ ਕਰਨ ਵਾਲੇ ਨਹੀਂ,
घमंडी विश्वासी नहीं, की बनना ਉਹਦੇ आग्याकारी पुत्र। ते गिनती 12 ਦੀ 3 ਚ लिखिया ਅਤੇ ਉਹ मर्द मूसा सारिया आदमियां नालों ਜਿਹੜੇ पृथ्वी उत्ते सन बहुत की सी। मूसा ਦੇ बारे की लिखिया? मूसा बहुत की सी, अधीन सी। पर पतरस जिथे जिथे ਉਹਨੂੰ चुप रह के सुनना चाहिए सी ਉੱਥੇ बोलदा ਹੁੰਦਾ ਸੀ। ਉਹ जिथे ते परमेश्वर की मर्जी पूरी करनी चाहिए सी ਉੱਥੇ ਉਹਦੇ खिलाफ ਚੱਲਦਾ ਸੀ। ਉਹ याद है करे गतसमनी ਚ ਕੀ ਹੋਇਆ? किने जने गए सी प्रभु यीशु मसीह अगे गतसमनी? बोलो जी, तुसी जवाब दो। वो गतसमनी बाग दे विच आखिरी जिहड़ी दुआ कीती गई है, किने जाने सी? 3 जाने सी ना। ते उन्हां चों एक कौन सी? ते यीशु मसीह की कहंदा? कहंदा मैं दुआ करन चलिया ते की करियो? ते आके यीशु मसीह ने वेख्या ते पतरस उठ चुक चुक के की कर रहा सी? की कर रहा सी? जरा कहता तेरा मर भी जावांगा मैं, टेंशन ना नहीं। 2 मिनट की नहीं कर सकिया, फिर आया, फिर की कीता? लिखा अखा नींद के बारे की होंदियां जांदियां सी उन्हां दियां। ते तीजी वारी वेख्या ते लिखिया ओहदे की हो गए सी। हालेलुया। जिस तरह तुम जहाज नूं देख रहे हो ना जांदे नूं, इसे तरह एक दिन प्रभु यीशु मसीह ने आउंदे नूं की करोगे? पर ये कर तुसी की करोगे? ने ये 4 गल्लां जो असीं अज पढ़ियां ने, ये सब गल्लां इसलिए लिखियां कि असीं उन्हां गलतियां नूं ना दोहराइए जो उन्हां ने दोहराइयां ने। दाऊद वर्गा आलस साडे जीवन च ना आ जाए, मरियम वर्गी ईर्खा साडे जीवन च ना आ जाए, लूत वर्गा लालच साडे जीवन च ना आ जाए, ते पतरस वर्गा घमंड भी साडे जीवन च की ना हो जाए। नहीं ते साडा कोई भी ठिकाना नहीं जी। एक ही ठिकाना रहेगा जिथे लिखा रोना ते एक चीचियां दा ते एक बूंद पानी दी तरस। हुण तुसी चुन लो की करना। हालेलुया। बोलो जी। जेकर इन्हां 4 तरह दीयां गल्लां दे विचों कोई भी किसी तरह की गल तुहाडे जीवन च है ते अज समा आ उन्होंने इत्थे छड्ड जाओ। इस बीमारी तो चंगे हो शरीर की बीमारी वाल ध्यान ना लाओ। तुहाडे शरीर की बीमारी तुहानूं स्वर्ग चों नहीं रोक सकती, तुहाडी आत्मिक बीमारी तुहानूं स्वर्ग चों की कर सकती है। अज किधर ध्यान लाउण दी लोड़ है? तो अज थोड़ा ध्यान लो, किते आलस ते नहीं, किते जलन ते नहीं, किसी तरह का कोई लालच ते नहीं, किते किसी तरह का कोई ओवर कॉन्फिडेंस ते नहीं, या कोई लालच घमंड ते नहीं मेरे जीवन दे विच, किते आत्मिकताई दा भी। ते अज उहनूं इत्थे ही छड्ड के न्यारे हो के अपने घरां नूं चले जाइए ताकि प्रभु आए ते तुहानूं की करे। प्रार्थना करिए। हालेलुया। धन्यवाद हो, धन्यवाद हो, धन्यवाद हो, धन्यवाद हो। हालेलुया, हालेलुया, धन्यवाद। प्रार्थना करिए सब। आखिर जैसे गीत गावांगे इस वचन दे ही रिलेटेड, तेरे कलाम दियां गल्लां सच्ची जान पा देंदी। उस तो बाद प्रार्थना करके सबना नूं घरां नूं भेजा जाएगा। हालेलुया। तेरे कलाम दियां गल्लां सच्ची जान पा देंदियां। मिठे तेरे
बदनाम